ਅੱਜ ਮੈਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਆਈ ਹਾਂ ਜਿੱਥੇ ਕਿ ਪੜ੍ਹਾਈ ਕੀਤੀ ਜਾਂਦੀ ਹੈ। ਜਿਹੜੀ ਪੜ੍ਹਾਈ ਦਿੱਤੀ ਜਾ ਰਹੀ ਹੈ ਉਹ ਸਕੂਲਾਂ ਨਾਲੋਂ ਵੱਖਰੀ ਹੈ ਤੇ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਬੱਚੇ ਫਰਾਟੇਦਾਰ ਇੰਗਲਿਸ਼ ਬੋਲਦੇ ਨੇ। आखिर वो किवें पॉसिबल होया वो भी ਤੁਹਾਨੂੰ दिखावांगे। सो आपसे पूछना चाहूंगी डेमोक्रेसी का क्या मतलब है? Democracy means this for election. In the election there is for vote. Whoever gets the maximum vote gets it for elected. The one who gets elected makes the chief of government and gets chief of tax money for providing our rights. जी तस्वीरां देख सकते हो कि ये एक छोटा जिहा रूम है, एक छोटा जिहा स्कूल है जिथे बच्चों ਨੂੰ पढ़ाई दी जा रही है। ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਮਿਡਲ ਕਲਾਸ ਦੇ ਖਾਸ ਕਰ ਅਸਮਾਨਤਾ ਝੇਲਦੇ ਨੇ। ਉਹ ਇੱਕੋ ਸਕੂਲ 'ਚ ਜਾਂਦੇ ਨੇ, ਇੱਕੋ ਕਾਲਜ 'ਚ ਜਾਂਦੇ ਨੇ। ਉਹਦੇ 'ਚ ਦੇਖਦੇ ਨੇ ਕਿ ਕੁਝ ਲੋਕ ਬਹੁਤ ਵੱਡੀ ਕਾਰਾਂ ਵਿੱਚ ਆਉਂਦੇ ਨੇ, ਇਹਨਾਂ ਦੇ ਮਾਪੇ ਬੜੇ ਅਮੀਰ ਨੇ ਜਾਂ ਬੜੇ ਹੀ ਸਮਰਿੱਧ ਸਮਾਜ ਦਾ ਹਿੱਸਾ ਨੇ। ਉਹਨਾਂ ਦੇ ਬੱਚਿਆਂ ਨੂੰ ਅਲੱਗ ਪ੍ਰੈਫਰੈਂਸ ਟ੍ਰੀਟਮੈਂਟ ਮਿਲਦੀ ਹੈ ਜੀ। ਤੇ ਜਿਹੜੇ ਆਮ ਪਰਿਵਾਰਾਂ ਦੇ ਬੱਚੇ ਨੇ ਇੱਕੋ ਕਲਾਸ 'ਚ ਬੈਠਦੇ ਨੇ ਪਰ ਉਹਨਾਂ ਨੂੰ ਟ੍ਰੀਟਮੈਂਟ ਉਨੀ ਨਹੀਂ ਮਿਲਦੀ ਜਿਹੜੀ ਬਰਾਬਰੀ ਦੀ ਹੋਵੇ। ਅੱਜ ਤੱਕ ਕੋਈ ਬੜਿਆ ਬੱਚਾ ਕੋਈ ਅਫਸਰ ਬਣਿਆ ਹੋਵੇ, ਕੋਈ ਅੱਛੇ ਲੈਵਲ ਦੀ ਨੌਕਰੀ ਕਰ ਰਿਹਾ, ਜੌਬ ਕਰ ਰਿਹਾ ਐਮਐਨਸੀ ਵਿੱਚ, ਅਜਿਹਾ ਹੋਇਆ ਜਿਸ ਨੇ ਆ ਕੇ ਤੁਹਾਨੂੰ ਕਿਹਾ ਹੋਵੇ ਕਿ ਸਰ ਤੁਹਾਡੀ ਪੜ੍ਹਾਈ ਦੇ ਕਾਰਨ ਅੱਜ ਮੈਂ ਇਸ ਲੈਵਲ ਤੇ ਪਹੁੰਚ ਗਿਆ? ਕਿੰਨੇ ਸਾਲ ਹੋ ਗਏ ਸਰ ਤੁਹਾਨੂੰ ਐਜੂਕੇਸ਼ਨ ਦਿੰਦੇ? ਮੈਂ 2008 ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਸੀਗੀ ਅਸਮਾਨਤਾ ਦੇ ਉੱਪਰ। ਉਸ ਮੇਰੀ ਬੁੱਕ ਦਾ ਟਾਈਟਲ ਹੈ ਰਿਸਟੋਰਿੰਗ ਦਾ ਬੈਲੈਂਸ। ਉਹ ਬੁੱਕ ਮੇਰੀ 2023 ਚ ਹੁਣ ਜਾ ਕੇ ਖਤਮ ਹੋਈ ਆ। ਉਸ ਬੁੱਕ ਕਰਕੇ ਮੈਂ ਲਾਅ ਪੜ੍ਹੀ, ਮੈਂ ਲਾਇਰ ਬਣਿਆ ਤੇ 2013 ਤੋਂ ਮੈਂ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ। 10 ਸਾਲ हो गए मैंने लगातार बच्चे पढ़ाते हुए। जी एबीसी सुननी है आपको, एबीसी कैसे पढ़ाते हैं और आपको एबीसी आती है? जी सुनाएं। Red bean, V for ballot box, C for constitution, D for democracy, election, F for freedom, G for government, H for happy, I for independent, J for judge, K for knowledge, L for law, N for money, N for notice, O for opinion। ਸਟੱਡੀ ਤਾਂ ਤੁਸੀਂ ਦੇ ਦੋਗੇ ਜਿਹੜੀ ਤੁਸੀਂ ਇਹ ਬੁੱਕ ਦੇ ਵਿੱਚ ਲਿਖੀ ਹੈ। ਇਸ ਤੋਂ ਇਲਾਵਾ ਅਗਰ ਕਾਲਜ ਦੀ ਸਟੱਡੀ ਲੈਣੀ ਹੋਵੇ, ਹੋਰ ਇਹਨਾਂ ਨੂੰ ਜਾਣਕਾਰੀ ਉਹ ਕਿੱਥੋਂ ਮਿਲੇਗੀ ਕਿ ਹੋਰ ਵੀ ਤੁਹਾਡੀਆਂ ਬੁੱਕਸ ਅਜਿਹੀਆਂ ਆਉਣਗੀਆਂ ਜੋ ਬੱਚਿਆਂ ਨੂੰ ਇਨ ਫਿਊਚਰ ਜਾਣਕਾਰੀ ਦੇਣਗੀਆਂ? ਦੇਖੋ ਮੇਰੀ ਪਹਿਲੀ ਬੁੱਕ ਹੈ ਇੰਪਾਵਰਮੈਂਟ ਥਰੂ ਨੌਲੇਜ, ਜਿਹਦੇ ਵਿੱਚ ਮੈਂ ਸਾਰੀ ਐਜੂਕੇਸ਼ਨ ਬਣਾਈ ਹੋਈ ਹੈ। ਉਸ ਤੋਂ ਬਾਅਦ ਮੇਰੀ ਨਵੀਂ ਬੁੱਕ ਆ ਰਹੀ ਹੈ ਰਿਸਟੋਰਿੰਗ ਦਾ ਬੈਲੈਂਸ। ਰਿਸਟੋਰਿੰਗ ਦਾ ਬੈਲੈਂਸ ਜਿਹੜੀ ਮੇਰੀ ਬੁੱਕ ਹੈ ਉਹ ਹਰ ਆਮ ਨਾਗਰਿਕ ਵਾਸਤੇ ਹੈ, ਹਰ ਦੇਸ਼ ਦੇ ਨਾਗਰਿਕ 95% ਨਾਗਰਿਕਾਂ ਵਾਸਤੇ ਹੈ ਜੀ। ਕਿਉਂਕਿ ਸਾਡੇ ਦੇਸ਼ ਦੇ ਵਿੱਚ 5% ਬੰਦਿਆਂ ਕੋਲੇ 95% ਸਾਧਨ ਹੈ ਤੇ 95 ਕੋਲੇ 5 ਨੇ ਜੀ। ਤੇ ਜਿਹੜੇ 95 ਕੋਲੇ ਸਿਰਫ 5 ਸਾਧਨ ਨੇ ਉਹ ਕਿੱਦਾਂ ਮਿਹਨਤ ਕਰਕੇ ਅੱਗੇ ਵਧਣਗੇ, ਬੜਾ ਔਖਾ ਹੈ ਜੀ। ਤੇ ਮੇਰੀ ਜਿਹੜੀ ਬੁੱਕ ਹੈ ਇਸ ਚੀਜ਼ ਨੂੰ ਐਡਰੈਸ ਕਰਦੀ ਹੈ। ਉਹ ਬੁੱਕ ਆਏਗੀ, ਲੋਕਾਂ ਨੂੰ ਆਪਣੇ ਆਪ ਹੀ ਸਮਝ ਆ ਜਾਏਗਾ ਪੜ੍ਹ ਕੇ ਵੀ ਸਾਡੇ ਨਾਲ ਹੋਇਆ ਕੀ ਹੈ ਜੀ। ਇਹ ਬੱਚੇ ਉਹ ਨੇ ਜਿਹੜੇ ਕਿ ਚੌਂਕਾਂ ਤੇ ਜਾ ਕੇ ਗੁਬਾਰੇ ਵੇਚਦੇ ਨੇ, ਖਿਡੌਣੇ ਵੇਚਦੇ ਨੇ ਅਤੇ ਇਹ ਬੱਚੇ ਉਹ ਨੇ ਜਿਹੜੇ ਕਿ ਸੋਸ਼ਲ ਜਿਹੜੇ ਕਿ ਸਮਾਜ ਦੇ ਵਿੱਚ ਕਈ ਚੀਜ਼ਾਂ ਦਾ ਸ਼ਿਕਾਰ ਵੀ ਹੋ ਚੁੱਕੇ ਨੇ। ਲੋਕਾਂ ਨੂੰ ਜਾਗਰੂਕ ਕਰਨ ਲਈ ਫਿਲਹਾਲ ਤਾਂ ਉਸੇ ਬੱਚਿਆਂ ਲਈ ਕਦਮ ਚੱਕ ਰਹੇ ਹੋ, ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਹੋ। ਜਿੱਥੇ ਹੱਕ ਦੀ ਗੱਲ ਆ ਰਹੀ ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੀਓਮ ਜਿੰਦਲ ਜੀ ਕੀ ਕਾਰਨ? ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ, ਲੋਕਾਂ ਨੂੰ ਆਪਣੇ ਹੱਕ ਦੇ ਬਾਰੇ ਪਤਾ ਨਹੀਂ ਆ। ਜੇ ਹੱਕ ਦੱਸ ਦਿੰਦੇ, ਹੱਕਾਂ ਦੀ ਗਹਿਰਾਈ ਬਾਰੇ ਨਹੀਂ ਪਤਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਗੱਲ ਕੀ ਕਰ ਰਿਹਾ। ਜਦ ਤੱਕ ਉਹਨਾਂ ਦੀ ਗਹਿਰਾਈ ਦੇ ਵਿੱਚ ਸਮਝ ਨਹੀਂ ਵੱਧਦੀ, ਮੇਰੇ ਪ੍ਰਯਾਸ ਜਿਹੜੇ ਨੇ ਉਹ ਕਾਮਯਾਬੀ ਨਹੀਂ ਲੈ ਕੇ ਆ ਪਾਉਣਗੇ। ਲੋਕਾਂ ਨੂੰ ਸਮਝਣਾ ਪਊਗਾ ਕਿ ਸਾਡਾ ਦੇਸ਼ ਦੇ ਨਾਲ ਸੰਬੰਧ ਕੀ ਸੀਗਾ, ਸਾਡੇ ਹੱਕ ਹੈ ਕੀ ਸੀਗੇ, ਉਹਦਾ ਅਸਲੀ ਮਾਇਨਾ ਕੀ ਸੀਗਾ, ਪ੍ਰੈਕਟੀਕਲ ਲਾਈਫ 'ਚ ਕੀ ਮਾਇਨਾ ਸੀਗਾ, ਕਿ ਜਿਹੜੇ ਹੱਕ ਸੀਗੇ ਕਾਗਜ਼ਾਂ ਤੱਕ ਹੀ ਸੀਮਤ ਸੀਗੇ ਜਾਂ ਵਾਕਿਆ ਹਕੀਕਤ ਵਿੱਚ ਕਿੱਦਾਂ ਮਿਲਣੇ ਸੀਗੇ। ਇੱਕ ਅਸੀਂ ਦੇਸ਼ ਦੇ ਬਰਾਬਰ ਨਾਗਰਿਕ, ਤੁਸੀਂ ਇੱਕ ਪੁਲਿਸ ਸਟੇਸ਼ਨ ਕੰਪਲੇਂਟ ਲਿਖਾਉਣ ਜਾਓ, ਇੱਕ SHO ਦੇ ਸਾਹਮਣੇ ਜੇ ਤੁਹਾਨੂੰ ਬੈਠ ਕੇ ਇਹ ਫੀਲਿੰਗ ਆਵੇ ਕਿ ਜਿਵੇਂ ਮੰਗਤਾ ਹੈ ਜੀ, ਜੇ ਮੈਂ ਸੈਕੰਡ ਕਲਾਸ ਸਿਟੀਜ਼ਨ ਹੈ ਤਾਂ ਤੁਸੀਂ ਬਰਾਬਰ ਦੇ ਨਾਗਰਿਕ ਨਹੀਂ ਹੋ, ਤੁਸੀਂ ਗੁਲਾਮ ਦੇਸ਼ ਦਾ ਹਿੱਸਾ ਹੋ। ਗੱਲਾਂ ਚੁੱਭਵੀਆਂ ਨੇ ਪਰ ਗੱਲਾਂ ਬਹੁਤ ਹੀ ਅਸਰਦਾਰ ਨੇ। ਇਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਤਦ ਤੱਕ ਸਮਾਨਤਾ ਨਹੀਂ ਹੋ ਸਕਦੀ ਜਦ ਤੱਕ ਤੁਹਾਨੂੰ ਬਰਾਬਰੀ ਦੇ ਹੱਕ ਨਹੀਂ ਦਿੱਤੇ ਜਾਂਦੇ। ਤੇ ਉਹਨਾਂ ਬਰਾਬਰੀ ਦੇ ਹੱਕਾਂ ਦੇ ਲਈ ਸਭ ਤੋਂ ਪਹਿਲਾ ਬੇਸ ਜਿਹੜਾ ਹੁੰਦਾ ਉਹ ਐਜੂਕੇਸ਼ਨ ਹੁੰਦਾ, ਜਿਸ ਦੇ ਥਰੂ ਤੁਹਾਨੂੰ ਨੌਲੇਜ ਮਿਲਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ, ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਆਈ ਹਾਂ ਜਿੱਥੇ ਕਿ ਪੜ੍ਹਾਈ ਕੀਤੀ ਜਾਂਦੀ ਹੈ। ਦੱਸ ਦਈਏ ਕਿ ਤੁਸੀਂ ਸੋਚ ਰਹੇ ਹੋਗੇ ਪੜ੍ਹਾਈ ਤਾਂ ਹਰੇਕ ਸਕੂਲ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਇੱਕ ਇਹੋ ਜਿਹੀ ਪੜ੍ਹਾਈ ਦੀ ਗੱਲ ਕਰ ਰਹੇ ਨੇ। ਇੱਥੇ ਕੁਝ ਜਿਹੜੀ ਪੜ੍ਹਾਈ ਦਿੱਤੀ ਜਾ ਰਹੀ ਹੈ ਉਹ ਸਕੂਲਾਂ ਨਾਲੋਂ ਵੱਖਰੀ ਹੈ ਤੇ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਬੱਚੇ ਫਰਾਟੇਦਾਰ ਇੰਗਲਿਸ਼ ਬੋਲਦੇ ਨੇ। ਆਖਿਰ ਉਹ ਕਿਵੇਂ ਪੋਸੀਬਲ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ। ਪਰ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਇੱਕ ਛੋਟਾ ਜਿਹਾ ਰੂਮ ਹੈ, ਇਹ ਛੋਟਾ ਜਿਹਾ ਸਕੂਲ ਹੈ ਜਿੱਥੇ ਬੱਚਿਆਂ ਨੂੰ पढ़ाई दी जा रही है। और पढ़ाई दी जा रही है वो समाज सेवक हरिओम
ਜਿੰਦਲ ਐਡਵੋਕੇਟ ਹਰੀਓਮ ਜਿੰਦਲ ਵੱਲੋਂ ਦਿੱਤੀ ਜਾ ਰਹੀ ਹੈ। ਆਓ ਅੰਧਕਾਰ ਚੱਲਦੇ ਹਾਂ, ਪਰ ਇਸ ਸਕੂਲ ਦੀ ਪਹਿਲੇ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਕਿ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੱਸੀਆਂ ਲੱਗੀਆਂ ਹੋਈਆਂ ਨੇ, ਕੱਪੜੇ ਸੁੱਕਣੇ ਪਾਏ ਨੇ ਤੇ ਥੋੜੀ ਜਿਹੀ ਗੰਦਗੀ ਵੀ ਜਿਹੜੀ ਕਿ ਇਸ ਸਕੂਲ ਦੇ ਆਲੇ ਦੁਆਲੇ ਨਜ਼ਰ ਆ ਰਹੀ ਹੈ। ਸੋ ਅਜਿਹੀ ਗੰਦਗੀ ਦੇ ਵਿੱਚ ਬੱਚਿਆਂ ਨੂੰ ਕਿਵੇਂ ਪੜ੍ਹਾਈ ਦਿੱਤੀ ਜਾ ਰਹੀ ਹੈ ਤੇ ਕਿਵੇਂ ਇਹ ਬੱਚੇ ਫਰਾਟੇਦਾਰ ਇੰਗਲਿਸ਼ ਬੋਲਦੇ ਨੇ, ਆਓ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ। ਸੋ ਸਕੂਲ ਦੇ ਵਿੱਚ ਅਸੀਂ ਐਂਟਰ ਕਰ ਚੁੱਕੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚੇ ਜਿਹੜੇ ਕਿ ਬੈਂਚਾਂ ਤੇ ਬੈਠੇ ਨੇ, ਨਾ ਹੀ ਇਹਨਾਂ ਬੱਚਿਆਂ ਨੇ ਕਿਸੇ ਤਰ੍ਹਾਂ ਦੀ ਯੂਨੀਫਾਰਮ ਪਾਈ ਹੈ ਤੇ ਨਾ ਹੀ ਇਹਨਾਂ ਦਾ ਕੋਈ ਪੀਰੀਅਡ ਲੱਗਦਾ। ਕਲਾਸ ਲੱਗਦੀ ਹੈ ਸਿਰਫ ਇੱਕ, ਔਰ ਇਸ ਕਲਾਸ ਦੇ ਵਿੱਚ ਅਜਿਹੀ ਸਿੱਖਿਆ ਦਿੱਤੀ ਜਾਂਦੀ ਹੈ ਜਿਹੜੀ ਕਿ ਬਾਕਮਾਲ ਹੈ। ਸੋ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਸਿੱਖਿਆ ਵੀ ਜਾਣਾਂਗੇ, ਆਖਿਰਕਾਰ ਇਹਨਾਂ ਨੂੰ ਅਜਿਹੀ ਸਿੱਖਿਆ ਕੌਣ ਦੇ ਰਿਹਾ, ਕਿਵੇਂ ਦੇ ਰਿਹਾ, ਇਹ ਵੀ ਤੁਹਾਨੂੰ ਦੱਸਾਂਗੇ। ਪਰ ਸਭ ਤੋਂ ਪਹਿਲਾਂ ਜਿਹੜਾ A for ਐਪਲ, B for ਬੇਬੀ, C for ਕੈਟ ਸਾਨੂੰ ਪੜ੍ਹਾਇਆ ਜਾਂਦਾ ਹੈ, ਇਹ ਬੱਚਿਆਂ ਨੂੰ ਉਹ ABC ਕਿਸ ਤਰ੍ਹਾਂ ਪੜ੍ਹਾਈ ਜਾਂਦੀ ਹੈ ਤੁਹਾਨੂੰ ਉਹ ਸੁਣਾ ਦਿੰਦੇ ਆ। ਕਲਾਸਰੂਮ ਦੇ ਸਭ ਤੋਂ ਛੋਟੇ ਬੱਚੇ ਨਾਲ ਗੱਲਬਾਤ ਕਰਨ ਜਾ ਰਹੀ ਹਾਂ जी मैं। हेलो, अच्छा मुझे आप खड़े हो जाओ जी, थैंक यू। मुझे ABC सुननी है, आपको ABC कैसे पढ़ाते हैं और आपको ABC आती है जी, सुनाए। Fred Bean, B for ballot box, C for constitution, D for democracy, F election, F for freedom, G for government, H for happy, I for independence, J for judge, K for knowledge, L for law, M for money, N for notice, O for opinion, P for जी ये बच्चा थोड़ा जा छोटा, आवाज समझ नहीं आती होगी। एक और बच्चे तो ਅਸੀਂ ABC पूछ लाने जी। आप खड़े हो जाए जी, जोर से बोलना है। ABC कैसे बोलते हो आप? A for admin, B for ballot box, C for constitution, D for democracy, E for election, F for freedom, G for government, H for happy, I for independence, J for judge, K for knowledge, L for law, M for money, N for notice, O for opinion, P for power, Q for question, R for right, S for social, T for tax, U for unique U for unique, V for board, W for work, X for x-ray, Y for youth, Z for will। ਜੀ। ਹੁਣ ਸਕੂਲਾਂ ਦੇ ਵਿੱਚ ਅਕਸਰ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਸਿੱਖਿਆ ਹੋਏਗਾ ਜਾਂ ਉਹ ਬੱਚੇ ਪੜ੍ਹਦੇ ਨੇ A for ਐਪਲ, B for ਬੇਬੀ, C for ਕੈਟ, D for ਡੌਗ, E for ਐਲੀਫੈਂਟ, F for ਫੈਟ, ਇੱਦਾਂ ਦੀ ABC ਸਾਨੂੰ ਵੀ ਸਕੂਲਾਂ ਦੇ ਵਿੱਚ ਪੜ੍ਹਾਈ ਗਈ ਹੈ। ਪਰ ਇਹਨਾਂ ਛੋਟੇ ਬੱਚਿਆਂ ਨੂੰ ਅਗਰ ਜਿਹੜੀ ABC ਪੜ੍ਹਾਈ ਜਾ ਰਹੀ ਹੈ ਉਹ ABC ਇਹ ਤੁਸੀਂ ਦੇਖ ਸਕਦੇ ਹੋ। ਇੱਕ ਵਾਰੀ ਮੈਂ ਫਿਰ ਤੋਂ ਤੁਹਾਨੂੰ ਪੜ੍ਹ ਕੇ ਸੁਣਾ ਰਹੀ ਹਾਂ ਕਿ ABC, A for administration, B for ballot box, C for constitution, D for democracy, E for election, F for freedom, G for government, H for happy, I for independence, J for judge, K for knowledge, L for law। सो इस तरह Z तक सारी ABC अलग है। और ये ਜਿਹੜੀ बुक है जिसकी मैं गल कर रही हाँ, ਤੁਹਾਨੂੰ ਤਸਵੀਰਾਂ ਦਿਖਾ ਰਹੀ ਹਾਂ बुक ਦੀਆਂ। ਇਹ बुक ਐਡਵੋਕੇਟ ਹਰੀਓਮ ਜਿੰਦਲ ਵੱਲੋਂ ਲਿਖੀ ਗਈ ਹੈ, ਇਹ ਤੁਸੀਂ ਦੇਖ ਸਕਦੇ ਹੋ। ਔਰ ਇਸ बुक ਦੇ ਵਿੱਚ ਜਿਹੜੀ ABC ਪੜ੍ਹਾਈ ਗਈ ਹੈ ਉਸ ABC ਦਾ ਮੀਨਿੰਗ ਵੀ ਦੱਸਿਆ ਗਿਆ, ਇੰਪਾਵਰਮੈਂਟ ਥਰੂ ਨੌਲੇਜ। ਇਹ ਹਰੀਓਮ ਜਿੰਦਲ ਵੱਲੋਂ ਲਿਖੀ ਗਈ ਹੈ, ਇਸ ਬਾਰੇ ਵੀ ਚਰਚਾ ਕਰਾਂਗੇ। ਪਰ ਸਭ ਤੋਂ ਪਹਿਲਾਂ ਕਲਾਸਰੂਮ ਬਾਰੇ ਚਰਚਾ ਕਰ ਲੈਂਦੇ ਹਾਂ। ਜਿਹੜੀ ABC ਬੱਚੇ ਸਿੱਖ ਰਹੇ ਨੇ ਕਿ ਉਹਨਾਂ ਨੂੰ ਇਸ ABC ਦੀ ਨੌਲੇਜ ਵੀ है। सो आपसे पूछना चाहूँगी डेमोक्रेसी का क्या मतलब है? Democracy means this for election. In the election, there is for vote. Whosoever gets the maximum vote gets it for elected. The one who gets elected makes the chief of government and gets chief for tax money for providing our rights. जी। सो इसी तरह ਹੁਣ ਜਾਣਦੇ ਹਾਂ बैलेट बॉक्स क्या होता है बच्चा? Ballot box or sealed box into which completed ballot papers show the name of the candidates. What is the tax? Tax is that money which is paid to the government by the public. ਸੋ ਟੈਕਸ, ਬੈਲਟ ਬਾਕਸ, ਡੈਮੋਕ੍ਰੇਸੀ, ਐਡਮਿਨਿਸਟ੍ਰੇਸ਼ਨ, ਸਾਰਿਆਂ ਦੀ ਨੌਲੇਜ ਇਹ ਬੱਚਿਆਂ ਨੂੰ ਸ਼ੁਰੂ ਤੋਂ ਹੀ ਦੇ ਦਿੱਤੀ ਜਾ ਰਹੀ ਹੈ। ਸੋ ਇਹ ਐਜੂਕੇਸ਼ਨ ਦੇਣ ਦਾ ਮਕਸਦ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ। ਪਰ ਇੱਕ ਗੱਲ ਹੋਰ ਦੱਸ ਲਈਏ ਕਿ ਪਹਿਲੇ ਇਹਨਾਂ ਬੱਚਿਆਂ ਨੂੰ ਸਮਾਜ ਦੇ ਵਿੱਚ ਜਾਂ ਸਮਾਜ ਦੇ ਰੂਲ ਰੈਗੂਲੇਸ਼ਨ ਦਾ ਕੁਝ ਪਤਾ ਨਹੀਂ ਸੀ ਹੁੰਦਾ, ਪਰ ਹੁਣ ਇਹ ਬੱਚੇ ਹੌਲੀ ਹੌਲੀ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਹੋ ਰਹੇ ਨੇ। ਜਾਗਰੂਕ ਕੌਣ ਕਰ ਰਿਹਾ ਹੈ? ਸਮਾਜ ਦਾ ਇੱਕ ਉਹ ਵਿਅਕਤੀ ਜੋ ਕਿ ਸਮਾਜ ਦੇ ਵਿੱਚ ਵਕੀਲ ਦੇ ਤੌਰ ਵਜੋਂ ਜਾਣਿਆ ਜਾਂਦਾ, ਇੱਕ ਸੋਸ਼ਲ ਵਰਕਰ ਹੈ, ਜਿਨ੍ਹਾਂ ਵੱਲੋਂ ਪਿਛਲੇ 15 ਸਾਲਾਂ ਤੋਂ ਇਹਨਾਂ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਇੱਕ ਨਹੀਂ, ਪਤਾ ਨਹੀਂ ਕਿੰਨੇ ਬੱਚਿਆਂ ਨੂੰ ਇਹ ABC ਇਹ ਪੜ੍ਹਾ ਚੁੱਕੇ ਨੇ। ਪਰ ਇਹ ABC ਦੀ ਬੁੱਕ ਹੈ ਜਿਹੜੀ ਕਿ ਸਾਡੇ ਕਲਾਸਰੂਮਾਂ ਤੱਕ ਨਹੀਂ ਪੁੱਜੀ। ਉਸ ਦਾ ਕੀ ਕਾਰਨ ਹੈ ਉਹ ਵੀ ਉਹ ਦੱਸਣਗੇ। ਪਰ ਜਦੋਂ ਇਹ ਬੱਚਿਆਂ ਨੂੰ, ਤੁਹਾਨੂੰ ਮੈਂ ਇਹ ਬੇਟੀ ਨਾਲ ਮਿਲਾਣਾ ਚਾਹਾਂਗੀ, ਇਹਦੀ ਕਹਾਣੀ ਕੁਝ ਅਲੱਗ ਹੈ ਜੀ। ਸੋ ਇਹ ਬੇਟੀ ਡੰਡੀ ਸਵਾਮੀ ਰੋਡ ਤੇ ਬੈਲੂਨ ਵੇਚਦੀ ਸੀ। ਪੁਲਿਸ ਵਾਲਿਆਂ ਵੱਲੋਂ ਜਬਰਨ ਇਹਨਾਂ ਨੂੰ ਰੋਕਿਆ ਗਿਆ, ਇਹਨਾਂ ਨੂੰ ਬੋਲਿਆ ਗਿਆ। ਬਟ ਜਦੋਂ ਇਸ ਬੇਟੀ ਨੇ ਆਪਣੇ ਅਧਿਕਾਰਾਂ ਬਾਰੇ ਦੱਸਿਆ, ਉਹ ਅਧਿਕਾਰ ਲਿਖੇ ਹੋਏ ਨੇ ਇਸ ਬੁੱਕ ਦੇ ਵਿੱਚ ਜਿਸ ਦੀ ਗੱਲ ਕੀਤੀ ਹੋਈ ਹੈ। ਜਦੋਂ ਇਸ ਬੱਚੀ ਨੇ ਅਧਿਕਾਰ ਬਾਰੇ ਦੱਸਿਆ ਤਾਂ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕੀ ਕੀਤਾ ਉਹ ਵੀ ਦੱਸਦੇ ਹਾਂ ਜੀ। ਆਪਕਾ ਨਾਮ? अंकिता।
अंकिता क्या करते थे आप डंडी स्वामी रोड? गुब्बारे बेचते थे। और गुब्बारे बेचते, पुलिस वालों ने आपको रोका? पहले रोकते थे, क्या बोलते थे? भगाते थे, यहाँ गुब्बारे नहीं बेचना। तो फिर आपने उनसे क्या बोला? ए फॉर एडमिन सुनाया था। तो फिर वो क्या बोले? 1000 रुपये दिए खुश होके। जी, सो पुलिस वाले ने इस बच्ची ਨੂੰ 1000 ਰੁਪਏ ਦਿੱਤੇ ਖੁਸ਼ ਹੋ ਕੇ ਕਿ ਬੱਚੀ ਵੱਲੋਂ ਜਿਹੜੀ ABC ਸੁਣਾਈ ਗਈ ਹੈ ਬਾਕੀ ਬਾਕਮਾਲ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਜੀ ਕਲਾਸਰੂਮ ਦੇ ਟੀਚਰਸ ਦੇ ਨਾਲ ਜਿਹੜੇ ਕਿ ਸਾਡੇ ਨਾਲ ਮੌਜੂਦ ਹੈ। ਉਹ ਟੀਚਰ ਜਿਨ੍ਹਾਂ ਨੇ ਸਮਾਜ ਦੇ ਵਿੱਚ ਇੱਕ ਅਜਿਹੀ ਬੁੱਕ ਦਿੱਤੀ ਹੈ ਜਿਸ ਤੇ ਬਲਬੂਤੇ ਤੇ ਸਾਨੂੰ ਸਾਡੇ ਅਧਿਕਾਰਾਂ ਬਾਰੇ ਪਤਾ ਲੱਗ ਰਿਹਾ। ਸੋ ਐਡਵੋਕੇਟ ਹਰੀਓਮ ਜਿੰਦਲ ਜੀ ਮੇਰੇ ਨਾਲ ਨੇ। नमस्कार सर। नमस्कार नमस्कार। सर सबसे पहले सवाल तो ये उठता है, आपकी ABC और स्कूल वाली ABC बिल्कुल डिफरेंट है जो मैंने आज सुनी है, जो हमें स्कूलों में पढ़ाई गई है। आपके मन में कैसे विचार आया कि इदां दी ABC मैनूं बच्चों नूं पढ़ानी चाहिए? ਜਿਹੜੀ ABC ਸਕੂਲਾਂ ਦੇ ਵਿੱਚ ਪੜ੍ਹਾਈ ਜਾ ਰਹੀ ਹੈ ਉਹ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ABC ਹੈ। ਅੰਗਰੇਜ਼ਾਂ ਨੇ ਸਾਡੇ ਉੱਪਰ ਹਕੂਮਤ ਕਰਨੀ ਸੀ, ਸਾਨੂੰ ਗੁਲਾਮ ਬਣਾਉਣਾ ਸੀਗਾ ਤੇ ਜਦੋਂ ਦੇਸ਼ ਆਜ਼ਾਦ ਹੋ ਗਿਆ 1947 ਦੇ ਵਿੱਚ ਸਾਰੀ ਦੀ ਸਾਰੀ ਪੜ੍ਹਾਈ ਆਜ਼ਾਦੀ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਸੀਗੀ। ਸਾਡਾ ਸੰਵਿਧਾਨ ਲਾਗੂ ਹੋ ਗਿਆ, ਸੰਵਿਧਾਨ ਦੇ ਨਾਲ ਰਿਲੇਟਡ ਹੋਣੀ ਚਾਹੀਦੀ ਸੀ। ਉਹ ਪੜ੍ਹਾਈ ਮਿਸਿੰਗ ਹੈ ਤੇ ਮੈਨੂੰ ਲੱਗਿਆ ਵੀ ਜਿਹੜੀ ਡੈਮੋਕ੍ਰੇਸੀ ਕਨਸਟੀਟਿਊਸ਼ਨ ਦੇ ਰਿਲੇਟਡ ਪੜ੍ਹਾਈ ਹੈ ਉਹ ਬੱਚਿਆਂ ਨੂੰ ਸ਼ੁਰੂ ਤੋਂ ਦੇ ਦਿਓ। ਉਹਦਾ ਕਾਰਨ ਇੱਕ ਇਹ ਹੈ ਕਿ ਵੀ ਇਹ ਜਿਹੜੇ ਬੱਚੇ ਨੇ ਇਹ ਬੜੀ ਮੁਸ਼ਕਿਲ ਨਾਲ ਪੜ੍ਹਦੇ ਨੇ। ਇਹਨਾਂ ਦੇ ਮਾਂ-ਬਾਪ ਦਾ ਜਿਹੜਾ ਪ੍ਰਾਇੋਰਟੀ ਹੈ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਕੰਮ ਤੇ ਲਗਾਉਣ ਦੀ ਹੁੰਦੀ ਹੈ। ਜੀ ਸਰ, ਵਾਈ ਇਹਨਾਂ ਬੱਚਿਆਂ ਨੂੰ ਹੀ ਕਿਉਂ, ਤੁਸੀਂ ਦੂਜੇ ਬੱਚਿਆਂ ਬਾਰੇ ਕਿਉਂ ਨਹੀਂ ਪੁੱਛਿਆ ਕਿ ਤੁਸੀਂ ਨਹੀਂ ਕਦੇ ਚਾਹੇ ਕਿ ਸਕੂਲਾਂ ਦੇ ਵਿੱਚ ਤੁਹਾਡੀ ਇਹ ਕਿਤਾਬ ਹੈ ਜਿਹੜੀ ਕਿ ਪੜ੍ਹਾਈ ਜਾਵੇ? ਉਹਦੀਆਂ ਦੋ ਸਮੱਸਿਆਵਾਂ। ਇੱਕ ਤੇ ਸਕੂਲ ਵਾਲਿਆਂ ਨੂੰ ਰਟਾ ਰਟਾਇਆ ਸਿਲੇਬਸ ਜਿਹੜਾ ਮਿਲ ਜਾਂਦਾ ਉਹੀ ਪੜ੍ਹਾਉਣਾ ਪੈਂਦਾ, ਉਹਨਾਂ ਦੀ ਮਜਬੂਰੀ ਹੈ ਕਿਉਂਕਿ ਜਿਹੜੇ एग्जाम्स और सर्टिफिकेट्स मिलने उन्होंने बच्चों को उस एजुकेशन के बेस से मिलने जो सिलेबस उन्होंने बोर्ड तो लागू होकर आया जी। ਇਹਦਾ मतलब ਤੁਹਾਡੇ ਕੋਲ ਜਿਹੜੇ ਬੱਚੇ ਪੜ੍ਹ ਰਹੇ ਨੇ ਇਹਨਾਂ ਦੇ एग्जाम भी नहीं होणगे ਤੇ ਇਹਨਾਂ ਨੂੰ ਸਰਟੀਫਿਕੇਟਸ ਵੀ ਨਹੀਂ ਮਿਲਣਗੇ? नहीं, ये बच्चों को ਅਸੀਂ ਨੈਸ਼ਨਲ ਓਪਨ ਸਕੂਲ 'ਚ ਇਨਰੋਲ ਕਰਦੇ ਹਾਂ ਤੇ ਨੈਸ਼ਨਲ ਓਪਨ ਸਕੂਲ ਦੀ ਪੜ੍ਹਾਈ ਕਰਾ ਕੇ ਇਹਨਾਂ ਨੂੰ ਸਰਟੀਫਿਕੇਟ ਸਰਕਾਰੀ ਦਿਲਵਾਉਂਦੇ ਹਾਂ ਜੀ। ਲੇਕਿਨ ਜਿਹੜੀ ਆਪਾਂ ਗੱਲ ਕਰ ਰਹੇ ਬੁੱਕ ਦੀ ਪੜ੍ਹਾਈ ਦੀ, ਜਿਹੜੇ ਰੈਗੂਲਰ ਸਕੂਲਸ ਨੇ ਉਹਨਾਂ ਦੀ ਮੈਂ ਦੱਸਿਆ ਇੱਕ ਸਮੱਸਿਆ ਤੇ ਹੈ ਕਿ ਵੀ ਉਹਨਾਂ ਨੂੰ ਜਿਹੜਾ ਬੋਰਡ ਦੀ ਐਜੂਕੇਸ਼ਨ ਉਹ ਦੇਣੀ ਪੈਂਦੀ ਹੈ ਜੀ। ਔਰ ਉਸ ਤੋਂ ਇਲਾਵਾ ਉਹਨਾਂ ਦੇ ਉੱਪਰ ਬੜੀ ਸਾਰੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦਾ ਬੋਝ ਰਹਿੰਦਾ, ਟੀਚਰਸ ਕੋਲ ਟਾਈਮ ਨਹੀਂ ਹੈ ਜੀ। ਜੇ ਕਿਤੇ ਅਸੀਂ ਉਪਰਾਲੇ ਕਿਤੇ ਸਕੂਲਸ ਨੂੰ ਅਪਰੋਚ ਕੀਤਾ ਵੀ ਤੁਸੀਂ ਇਹ ਸਿੱਖਿਆ ਪੜਾਓ, ਉਹਨਾਂ ਨੇ ਐਪਰੀਸ਼ੀਏਟ ਬਹੁਤ ਕਰਦੇ ਉਹਨਾਂ ਦੇ ਬੱਚੇ, ਸਕੂਲ ਵਾਲੇ ਟੀਚਰ ਮੈਨੇਜਮੈਂਟ ਬਹੁਤ ਐਪਰੀਸ਼ੀਏਟ ਕਰਦੀ ਹੈ ਵੀ ਇਹ ਨੌਲੇਜ ਹੋਣੀ ਚਾਹੀਦੀ ਹੈ। ਪਰ ਜਦੋਂ ਪੜ੍ਹਾਉਣ ਦੀ ਗੱਲ ਆਉਂਦੀ ਤਾਂ ਉਹਨਾਂ ਦੇ ਟੀਚਰ ਕੋਲੇ ਨੌਲੇਜ ਹੈ ਨਹੀਂ ਜੀ, ਉਹਨਾਂ ਨੇ ਦੀ ਗਹਿਰਾਈ ਦਾ ਨਹੀਂ ਪਤਾ। ਉਹਨਾਂ ਨੇ ਵੀ ਉਹੀ ਪੜ੍ਹਾਈ ਕਰੀ ਹੋਈ ਜਿਹੜੀ ਪਹਿਲਾਂ ਸਮਾਜ 'ਚ ਪੜ੍ਹਾਈ ਹੋਈ ਹੈ ਤੇ ਉਹਨਾਂ ਨੂੰ ਇਹ ਬੁੱਕ ਪੜ੍ਹ ਕੇ ਉਹਨਾਂ ਨੂੰ ਪੜ੍ਹਾਉਣੀ ਅੱਗੇ ਸਮਝਾਉਣੀ ਬਹੁਤ ਔਖੀ ਹੈ। ਇਹਦੇ ਵਾਸਤੇ ਬੜੀ ਸਪੈਸ਼ਲਿਸਟ ਟ੍ਰੇਨਿੰਗ ਕਲਾਸਿਸ ਚਾਹੀਦੀਆਂ ਜਿਹੜੀਆਂ ਮਿਸਿੰਗ ਹੈ। और जब तक वर्ड्स तुसी इस ABC ਦੇ ਵਿੱਚ ਸ਼ਾਮਿਲ ਕੀਤੇ ਹੋਏ ਨੇ, ਮੈਂ ਮਤਲਬ ਕਹਿਣਾ ਚਾਹਾਂਗੀ ਉਹ ਵਰਡਸ ਅਸੀਂ ਸੁਨੇ ਹੋਏ ਨੇ, ਅਸੀਂ ਉਹ ਵਰਡਸ ਨੂੰ ਲਿਖਣਾ ਜਾਣਦੇ ਹਾਂ, ਪਰ ਅਸਲ ਮੀਨਿੰਗ ਤੋਂ ਅੱਜ ਅਸੀਂ ਵੀ ਜਾਣੂ ਨਹੀਂ ਆ ਕਿ ਅਸਲ ਮੀਨਿੰਗ ਉਹਨਾਂ ਵਰਡਸ ਦਾ ਕੀ ਹੈ। ਸੋ ਜਿਹੜੇ ਸਾਨੂੰ ਟੀਚਰਸ ਐਜੂਕੇਸ਼ਨ ਦੇ ਰਹੇ ਨੇ ਜਾਂ ਜਿਹੜੀ ਸਿੱਖਿਆ ਦੇ ਰਹੇ ਨੇ ਉਹ A for ਐਪਲ B for ਬੇਬੀ ਵਾਲੀ ਹੀ ਸਿੱਖਿਆ ਦੇ ਰਹੇ ਨੇ, ਪੋਇਮਸ ਜਾਂ ਰਿਦਮ ਕਰਾਈਆਂ ਜਾਂਦੀਆਂ ਨੇ। ਬਟ ਇੱਥੇ ਜੇਕਰ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਕਿ ਇਹਨਾਂ ਬੱਚਿਆਂ ਨੂੰ A for ਐਡਮਿਨਿਸਟ੍ਰੇਸ਼ਨ ਕੀ ਹੈ ਉਹਦੀ ਪ੍ਰੋਪਰ ਨੌਲੇਜ, ਉਹਦਾ ਪ੍ਰੋਪਰ ਇੱਕ ਚੈਪਟਰ ਹੈ ਉਹ ਤੁਸੀਂ ਕਰਵਾ ਰਹੇ ਹੋ। ਤੇ ਇਹ ਜਿਹੜਾ ਮਾਈਂਡ ਦੇ ਵਿੱਚ ਖਿਆਲ ਆਇਆ ਸੀ ਕਦੋਂ ਆਇਆ ਸੀ ਤੇ ਕਦੋਂ ਤੁਸੀਂ ਇਹਨਾਂ ਨੂੰ ਸਿੱਖਿਆ ਦੇਣੀ? ਦੇਖੋ ਪ੍ਰਿੰਕਾ ਜੀ, ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਮਿਡਲ ਕਲਾਸ ਦੇ ਖਾਸ ਕਰ ਅਸਮਾਨਤਾ ਝੇਲਦੇ ਨੇ, ਉਹ ਇੱਕੋ ਸਕੂਲ 'ਚ ਜਾਂਦੇ ਨੇ, ਇੱਕੋ ਕਾਲਜ 'ਚ ਜਾਂਦੇ ਨੇ, ਉਹਦੇ 'ਚ ਦੇਖਦੇ ਨੇ ਕਿ ਕੁਝ ਲੋਕ ਬਹੁਤ ਵੱਡੀ ਕਾਰਾਂ ਵਿੱਚ ਆਉਂਦੇ ਨੇ, ਇਹਨਾਂ ਦੇ ਮਾਪੇ ਬੜੇ ਅਮੀਰ ਨੇ ਜਾਂ ਬੜੇ ਹੀ ਸਮਰਿੱਧ ਸਮਾਜ ਦਾ ਹਿੱਸਾ ਨੇ, ਉਹਨਾਂ ਦੇ ਬੱਚਿਆਂ ਨੂੰ ਅਲੱਗ ਪ੍ਰੈਫਰੈਂਸ ਟ੍ਰੀਟਮੈਂਟ ਮਿਲਦੀ ਹੈ ਜੀ। ਤੇ ਜਿਹੜੇ ਆਮ ਪਰਿਵਾਰਾਂ ਦੇ ਬੱਚੇ ਨੇ ਇੱਕੋ ਕਲਾਸ 'ਚ ਬੈਠਦੇ ਨੇ ਪਰ ਉਹਨਾਂ ਨੂੰ ਟ੍ਰੀਟਮੈਂਟ ਉਨੀ ਨਹੀਂ ਮਿਲਦੀ ਜਿਹੜੀ ਬਰਾਬਰੀ ਦੀ ਹੋਵੇ। ਇਹ ਜਿਹੜੀ ਅਸਮਾਨਤਾ ਹੈ ਇਹਦਾ ਮੈਂ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹਦਾ ਕਾਰਨ ਹੈ ਕੀ ਹੈ। ਤੇ ਮੈਨੂੰ ਲੱਗਿਆ ਕਿ ਜਿਹੜਾ ਸਾਡਾ ਸਮਾਜ ਦਾ ਸਿਸਟਮ ਹੈ, ਕਿਉਂਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ ਸੀ, ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਮੁੱਦਾ ਸੀਗਾ ਕਿ ਲੋਕ ਅੰਗਰੇਜ਼ਾਂ ਨੇ ਸਾਨੂੰ ਗੁਲਾਮ ਬਣਾਇਆ ਹੋਇਆ। ਆਜ਼ਾਦੀ ਤੋਂ ਬਾਅਦ ਸਾਰੇ ਨਾਗਰਿਕ ਬਰਾਬਰ ਹੋ ਜਾਣਗੇ और बराबर की जिंदगी जीणगे। बराबर की जिंदगी जीण दे वास्ते उन्होंने जोड़े पर्याप्त मात्रा के विच साधन चाहिए तो सारे मिलणगे, पर उल्टा ही हो गया। गरीब गरीब रह गया, अमीर अमीर बन गया और मध्य वर्ग वाले का संघर्ष बहुत ही वध गया जी। तो मैं जो ये पर खोज की तो मैं लग्या भी ਜਿਹੜੇ ਸਾਡੇ देश की व्यवस्था की पढ़ाई है वो तो है ही नहीं है जी। तो सानू पता किद्दां चलेगा कि साडे राइट्स की है। यानी कि ਤੁਹਾਨੂੰ ਲੱਗਿਆ ਕਿ ਅਗਰ ਕਿਤੋਂ ਅਸੀਂ ਲੈਕ ਕਰ ਰਹੇ ਹਾਂ ਦੈਟ ਇਜ਼ ਐਜੂਕੇਸ਼ਨ ਜਿਹੜੀ ਕਿ ਸਾਨੂੰ ਉਹੀ ਸਹੀ ਨਹੀਂ ਮਿਲ ਰਹੀ, ਕਿਉਂਕਿ ਇੱਕ ਬੇਸ ਹੈ ਜਿਹੜੀ ਕਿ ਐਜੂਕੇਸ਼ਨ ਤੋਂ ਬੰਦ ਹੈ। हर चीज़ का बेस नॉलेज है, हर चीज़ का बेस नॉलेज है। तुम मोबाइल लोगे थोड़ा वो फीचर यूज़ ही नहीं करने आते, थोड़ा नॉलेज ही नहीं है, थोड़े वास्ते मोबाइल का की फायदा जी।
ਹਰ ਚੀਜ਼ ਦੀ ਵੈਲਿਊ ਉਦੋਂ ਹੈ ਜਦੋਂ ਉਹਨੂੰ ਸਾਨੂੰ ਯੂਜ਼ ਕਰਨੀ ਆਵੇ। ਸਰ ਜਿਵੇਂ ਕਿ ਅਸੀਂ ਬਹੁਤ ਜਗ੍ਹਾ ਤੇ ਤੁਹਾਡੇ ਚਰਚੇ ਸੁਣੇ ਨੇ, ਤਸਵੀਰਾਂ ਦੇਖੀਆਂ ਨੇ, ਤੁਹਾਡੀ ਵੀਡੀਓ ਦੇਖਦੇ ਰਹੇ ਹਾਂ, ਤੁਹਾਨੂੰ ਫੋਲੋ ਕਰਦੇ ਰਹੇ ਹਾਂ। ਪਹਿਲਾਂ ਇਹ ਬੱਚੇ ਝੁੱਗੀ ਝੋਪੜੀ ਦੇ ਵਿੱਚ ਸਿੱਖਿਆ ਲੈਂਦੇ ਸੀ, ਅੱਜ ਇੱਕ ਰੂਮ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤਾ ਗਿਆ। ਕੀ ਸਰਕਾਰ ਕੁਝ ਮਦਦ ਕਰ ਰਹੀ ਹੈ ਤੁਹਾਡੀ? ਦੇਖੋ ਸਰਕਾਰ ਦਾ ਕੋਈ ਰੋਲ ਹੀ ਹੈ ਨਹੀਂ, ਬਲਕਿ ਸਰਕਾਰ ਦੀ ਡੈਫੀਸ਼ੀਐਂਸੀ ਨੂੰ ਮੈਂ ਪੂਰਾ ਕਰ ਰਿਹਾ। ਇਹ ਸਰਕਾਰ ਦੀ ਜ਼ਿੰਮੇਵਾਰੀ ਸੀਗੀ 1947 ਦੀ ਆਜ਼ਾਦੀ ਤੋਂ ਬਾਅਦ ਕਿ ਕੋਈ ਬੱਚਾ ਸਾਡੇ ਦੇਸ਼ ਦਾ ਨਿਗਲੈਕਟਡ ਨਾ ਰਹੇ। ਪਰ ਜੇ ਕਰੋੜਾਂ ਬੱਚੇ ਝੁੱਗੀ ਝੋਪੜੀਆਂ 'ਚ ਰਹਿ ਰਹੇ ਨੇ, ਸੜਕਾਂ 'ਤੇ ਕੁਬਾੜ ਚੱਕ ਰਹੇ ਨੇ ਜਾਂ ਮਜ਼ਦੂਰੀ ਬਾਲ ਮਜ਼ਦੂਰੀ ਕਰ ਰਹੇ ਨੇ, ਇਹਨਾਂ 'ਚੋਂ ਕੋਈ ਬੱਚੇ ਗੋਹਾ ਚੱਕਦੇ ਨੇ, ਇਹ ਸਰਕਾਰ ਦੀ ਨਲਾਇਕੀ ਹੈ ਜੀ। ਇਹ ਸਰਕਾਰ ਨੂੰ ਦੇਖਣਾ ਚਾਹੀਦਾ ਸੀਗਾ ਵੀ ਇਹ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਨੇ ਉਹਨਾਂ ਦਾ ਬਰਾਬਰ ਦਾ ਹੱਕ ਹੈ, ਹੱਕ ਦੇਣਾ ਕਿੱਦਾਂ, ਮੈਂ ਥੋੜ੍ਹਾ ਦੇਣਾ ਸੀ। ਇਹ ਤਾਂ ਉਹਨਾਂ ਦੀ ਡੈਫੀਸ਼ੀਐਂਸੀ ਮੈਂ ਪੂਰੀ ਕਰ ਰਿਹਾ ਜੀ। ਮੈਂ ਸਰਕਾਰ ਤੋਂ ਕੁਝ ਨਹੀਂ ਲੈ ਰਿਹਾ। ਕਦੇ ਮਦਦ ਕਰਨ ਦੀ ਜਾਂ ਤੁਸੀਂ ਮਦਦ ਮੰਗੀ ਨਹੀਂ ਸਰਕਾਰ ਤੋਂ, ਜਾਂ ਸਰਕਾਰ ਨੇ ਖੁਦ ਨਹੀਂ ਕਦੇ ਹੱਥ ਵਧਾਇਆ? ਨਕੰਮੀਆਂ ਸਰਕਾਰਾਂ ਨੇ, ਇਹਨਾਂ ਨੂੰ ਤੇ ਆਪਣੇ ਲਾਲਚ ਪੂਰੇ ਕਰਨ ਉਹੀ ਬਹੁਤ ਨੇ। ਜੇ ਇਹ ਆਪਣੇ ਇਹਨਾਂ ਦਾ ਖਿਆਲ ਰੱਖਦੇ ਹੁੰਦੇ ਤੇ ਮੇਰੇ ਵਰਗੇ ਨੂੰ ਕੰਮ ਕਰਨ ਦੀ ਕੀ ਜ਼ਰੂਰਤ ਸੀਗੀ? ਕਿੰਨੇ ਸਾਲ ਹੋ ਗਏ ਸਰ ਤੁਹਾਨੂੰ ਐਜੂਕੇਸ਼ਨ ਦਿੰਦੇ ਹੋਏ? ਮੈਂ 2008 ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਸੀਗੀ ਅਸਮਾਨਤਾ ਦੇ ਉੱਪਰ। ਉਸ ਮੇਰੀ ਬੁੱਕ ਦਾ ਟਾਈਟਲ ਹੈ ਰਿਸਟੋਰਿੰਗ ਦਾ ਬੈਲੈਂਸ। ਉਹ ਬੁੱਕ ਮੇਰੀ 2023 'ਚ ਹੁਣ ਜਾ ਕੇ ਖਤਮ ਹੋਈ ਹੈ। ਉਸ ਬੁੱਕ ਕਰਕੇ ਮੈਂ ਲਾਅ ਪੜ੍ਹੀ, ਮੈਂ ਲਾਇਰ ਬਣਿਆ ਤੇ 2013 ਤੋਂ ਮੈਂ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ। 10 ਸਾਲ ਹੋ ਗਏ ਮੈਨੂੰ ਲਗਾਤਾਰ ਬੱਚੇ ਪੜ੍ਹਾਉਂਦੇ ਹੋਏ। ਉਹ ਜਿਹੜੀ ਮੇਰੀ ਰਿਸਰਚ ਹੈ, ਖੋਜ ਹੈ ਕਿ ਅਸਮਾਨਤਾ ਹੈ ਕਿਉਂ, ਗਰੀਬੀ ਹੈ ਕਿਉਂ, ਇੱਕ ਅਮੀਰ ਕਿੱਦਾਂ ਅਮੀਰ ਬਣ ਜਾਂਦਾ ਹੈ ਤੇ ਦੂਜਾ ਬੰਦਾ ਕਿੱਦਾਂ ਝੁੱਗੀਆਂ ਦੇ ਵਿੱਚ ਰਹਿੰਦਾ ਜਿਹਨੂੰ ਇਨਸਾਨ ਵਾਲੀ ਜ਼ਿੰਦਗੀ ਵੀ ਨਹੀਂ ਮਿਲਦੀ, ਉਹਦੇ ਉੱਪਰ ਮੈਂ ਰਿਸਰਚ ਕੀਤੀ, ਬੁੱਕ ਲਿਖੀ ਹੈ ਤੇ ਉਹਦੇ ਨਾਲ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ। ਫਿਰ ਮੈਨੂੰ ਲੱਗਿਆ ਵੀ ਸਿੱਖਿਆ ਵਧੀਆ ਦੇਣੀ ਸ਼ੁਰੂ ਕਰ। ਤੁਹਾਡਾ ਅੱਜ ਤੱਕ ਕੋਈ ਬੜਿਆ ਬੱਚਾ ਕੋਈ ਅਫਸਰ ਬਣਿਆ ਹੋਵੇ, ਕੋਈ ਅੱਛੇ ਲੈਵਲ ਦੀ ਨੌਕਰੀ ਕਰ ਰਿਹਾ, ਜੌਬ ਕਰ ਰਿਹਾ ਐਮਐਨਸੀ ਵਿੱਚ, ਅਜਿਹਾ ਹੋਇਆ ਜਿਸ ਨੇ ਆ ਕੇ ਤੁਹਾਨੂੰ ਕਿਹਾ ਹੋਵੇ ਕਿ ਸਰ ਤੁਹਾਡੀ ਪੜ੍ਹਾਈ ਦੇ ਕਾਰਨ ਅੱਜ ਮੈਂ ਇਸ ਲੈਵਲ ਤੇ ਪਹੁੰਚ ਗਿਆ? ਦੇਖੋ ਉਸ ਵਾਸਤੇ ਘੱਟੋ ਘੱਟ 20 ਸਾਲ ਦਾ ਪੀਰੀਅਡ ਹੈ। ਤੁਸੀਂ ਦੇਖਦੇ ਹੋ ਨਾ ਜਿਹੜਾ ਵੀ ਬੱਚਾ ਜਿਹੜੀ ਪੜ੍ਹਾਈ ਸ਼ੁਰੂ ਕਰਦਾ ਹੈ 20-22 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹ ਜਵਾਨ ਬਣਦਾ ਹੈ ਜੀ, ਜੋਬ ਕਰਨ ਲਾਇਕ ਬਣਦਾ ਹੈ। ਸਾਨੂੰ ਪ੍ਰੋਜੈਕਟ ਚਲਾਉਂਦੇ ਹੋਏ 10 ਸਾਲ ਹੋਏ ਆ। 10 ਸਾਲਾਂ ਦੇ ਵਿੱਚ ਇਹਨਾਂ ਬੱਚਿਆਂ 'ਚ ਇਰੈਗੂਲਰਿਟੀ ਬਹੁਤ ਹੈ ਕਿਉਂਕਿ ਮਾਂ-ਬਾਪ ਮਾਈਗ੍ਰੇਟ ਕਰ ਜਾਂਦੇ ਨੇ ਜੀ, ਇਹਨਾਂ ਦੀ ਆਪਣੀ ਮਜਬੂਰੀਆਂ, ਲਗਾਤਾਰ ਪੜ੍ਹ ਨਹੀਂ ਪਾਉਂਦੇ। ਉਹ ਲਗਾਤਾਰ ਨਾ ਪੜ੍ਹਨ ਕਰਕੇ ਇਹ ਬੱਚੇ ਬਹੁਤ ਜ਼ਿਆਦਾ ਅੱਗੇ ਵੱਧ ਨਹੀਂ ਪਾਉਂਦੇ। ਜੀ ਸਰ, ਇਹ ਸਟੱਡੀ ਤਾਂ ਤੁਸੀਂ ਦੇ ਦੋਗੇ ਜਿਹੜੀ ਤੁਸੀਂ ਇਹ ਬੁੱਕ ਦੇ ਵਿੱਚ ਲਿਖੀ ਹੈ। ਇਸ ਤੋਂ ਇਲਾਵਾ ਅਗਰ ਕਾਲਜ ਦੀ ਸਟੱਡੀ ਲੈਣੀ ਹੋਵੇ, ਹੋਰ ਇਹਨਾਂ ਨੂੰ ਜਾਣਕਾਰੀ ਉਹ ਕਿੱਥੋਂ ਮਿਲੇਗੀ ਕਿ ਹੋਰ ਵੀ ਤੁਹਾਡੀਆਂ ਬੁੱਕਸ ਅਜਿਹੀਆਂ ਆਉਣਗੀਆਂ ਜੋ ਬੱਚਿਆਂ ਨੂੰ ਇਨ ਫਿਊਚਰ ਜਾਣਕਾਰੀ ਦੇਣਗੀਆਂ? ਦੇਖੋ ਮੇਰੀ ਪਹਿਲੀ ਬੁੱਕ ਹੈ ਇੰਪਾਵਰਮੈਂਟ ਥਰੂ ਨੌਲੇਜ, ਜਿਹਦੇ ਵਿੱਚ ਮੈਂ ਸਾਰੀ ਐਜੂਕੇਸ਼ਨ ਬਣਾਈ ਹੋਈ ਹੈ। ਉਸ ਤੋਂ ਬਾਅਦ ਮੇਰੀ ਨਵੀਂ ਬੁੱਕ ਆ ਰਹੀ ਹੈ ਰਿਸਟੋਰਿੰਗ ਦਾ ਬੈਲੈਂਸ। ਰਿਸਟੋਰਿੰਗ ਦਾ ਬੈਲੈਂਸ ਜਿਹੜੀ ਮੇਰੀ ਬੁੱਕ ਹੈ ਉਹ ਹਰ ਆਮ ਨਾਗਰਿਕ ਵਾਸਤੇ ਹੈ, ਹਰ ਦੇਸ਼ ਦੇ ਨਾਗਰਿਕ 95% ਨਾਗਰਿਕਾਂ ਵਾਸਤੇ ਹੈ ਜੀ। ਕਿਉਂਕਿ ਸਾਡੇ ਦੇਸ਼ ਦੇ ਵਿੱਚ 5% ਬੰਦਿਆਂ ਕੋਲੇ 95% ਸਾਧਨ ਨੇ ਤੇ 95 ਕੋਲੇ 5 ਨੇ ਜੀ। ਤੇ ਜਿਹੜੇ 95 ਕੋਲੇ ਸਿਰਫ 5 ਸਾਧਨ ਨੇ ਉਹ ਕਿੱਦਾਂ ਮਿਹਨਤ ਕਰਕੇ ਅੱਗੇ ਵਧਣਗੇ, ਬੜਾ ਔਖਾ ਹੈ ਜੀ। ਤੇ ਮੇਰੀ ਜਿਹੜੀ ਬੁੱਕ ਹੈ ਇਸ ਚੀਜ਼ ਨੂੰ ਐਡਰੈਸ ਕਰਦੀ ਹੈ। ਉਹ ਬੁੱਕ ਆਏਗੀ, ਲੋਕਾਂ ਨੂੰ ਆਪਣੇ ਆਪ ਹੀ ਸਮਝ ਆ ਜਾਏਗਾ ਪੜ੍ਹ ਕੇ ਵੀ ਸਾਡੇ ਨਾਲ ਹੋਇਆ ਕੀ ਹੈ ਜੀ। ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਇਹ ਐਜੂਕੇਸ਼ਨ ਸਿਸਟਮ ਜਿਹੜਾ ਤੁਸੀਂ ਦੇ ਰਹੇ ਹੋ ਬੱਚਿਆਂ ਨੂੰ, ਇਹ ਕਦੋਂ ਤੱਕ ਜਾਰੀ ਰਹੇਗਾ? ਜਦੋਂ ਤੱਕ ਮੈਂ ਜਿੰਦਾ ਜੀ। ਦੇਖੋ ਮੇਰੀ ਕੋਸ਼ਿਸ਼ ਹੈ, ਮੇਰਾ ਉਪਰਾਲਾ ਸੀਗਾ ਕਿ ਮੈਂ ਇੱਕ ਮਾਡਲ ਕ੍ਰੀਏਟ ਕਰਦਾ, ਕੁਝ ਕਰਕੇ ਦਿਖਾਵਾਂ, ਗੱਲਾਂ ਤੱਕ ਨਾ ਰਵਾਂ। ਗੱਲਾਂ ਤੇ ਲੋਕ ਬਹੁਤ ਕਰਦੇ ਨੇ ਪਰ ਜ਼ਮੀਨੀ ਹਕੀਕਤ ਦੇ ਵਿੱਚ ਕੰਮ ਕਰਨਾ ਬੜਾ ਔਖਾ ਹੈ। ਤੇ ਮੈਂ ਪਿਛਲੇ 10 ਸਾਲਾਂ ਤੋਂ ਲਗਾਤਾਰ ਕਰ ਰਿਹਾ, ਸਾਰੇ ਲੋਕ ਦੇਖ ਰਹੇ ਨੇ। ਹੁਣ ਜ਼ਰੂਰਤ ਹੈ ਕਿ ਜਿਹੜੇ ਸਮਾਜ ਦੇ ਅਫੈਕਟਡ ਲੋਕ ਨੇ, ਵਿਕਟਿਮਾਈਜ਼ਡ ਲੋਕ ਨੇ, ਉਹਨਾਂ ਨੂੰ ਇਕੱਠੇ ਹੋਣ ਦੀ ਜੀ। ਕਿਉਂਕਿ ਇਹ ਦੇਸ਼ ਸਾਰਿਆਂ ਵਾਸਤੇ ਬਰਾਬਰ ਸੀਗਾ। ਜਿਹੜੀ ਨਾ ਬਰਾਬਰੀ ਹੋਈ ਤੇ ਤੁਹਾਡਾ ਹੱਕ ਕਿਹਨੇ ਮਾਰ ਲਿਆ, ਤੁਹਾਨੂੰ ਸੋਚਣਾ ਪਊਗਾ ਤੇ ਉਹ ਹੱਕ ਵਾਪਸ ਲੈਣਾ ਜੀ। ਸੋ ਉਸ ਦੇ ਲਈ ਤੁਸੀਂ ਵੀ ਕੋਈ ਕਦਮ ਚੱਕ ਰਹੇ ਹੋ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਲਈ? ਫਿਲਹਾਲ ਤਾਂ ਤੁਸੀਂ ਬੱਚਿਆਂ ਲਈ ਕਦਮ ਚੱਕ ਰਹੇ ਹੋ, ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਹੋ। ਜਿੱਥੇ ਹੱਕ ਦੀ ਗੱਲ ਆ ਰਹੀ ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰੀਓਮ ਜਿੰਦਲ ਜੀ ਕੀ ਕਰ ਰਹੇ? ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ, ਲੋਕਾਂ ਨੂੰ ਆਪਣੇ ਹੱਕ ਦੇ ਬਾਰੇ ਪਤਾ ਨਹੀਂ ਆ। ਜੇ ਹੱਕ ਦੱਸ ਦਿੰਦੇ, ਹੱਕਾਂ ਦੀ ਗਹਿਰਾਈ ਬਾਰੇ ਨਹੀਂ ਪਤਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਗੱਲ ਕੀ ਕਰ ਰਿਹਾ। ਜਦ ਤੱਕ ਉਹਨਾਂ ਦੀ ਗਹਿਰਾਈ ਦੇ ਵਿੱਚ ਸਮਝ ਨਹੀਂ ਵੱਧਦੀ, ਮੇਰੇ ਪ੍ਰਯਾਸ ਜਿਹੜੇ ਨੇ ਉਹ ਕਾਮਯਾਬੀ ਨਹੀਂ ਲੈ ਕੇ ਆ ਪਾਉਣਗੇ। ਲੋਕਾਂ ਨੂੰ ਸਮਝਣਾ ਪਊਗਾ ਕਿ ਵੀ ਸਾਡਾ ਦੇਸ਼ ਦੇ ਨਾਲ ਸੰਬੰਧ ਕੀ ਸੀਗਾ, ਸਾਡੇ ਹੱਕ ਹੈ ਕੀ ਸੀਗੇ, ਉਹਦਾ ਅਸਲੀ ਮਾਇਨਾ ਕੀ ਸੀਗਾ, ਪ੍ਰੈਕਟੀਕਲ ਲਾਈਫ 'ਚ ਕੀ ਮਾਇਨਾ ਸੀਗਾ, ਕਿ ਜਿਹੜੇ ਹੱਕ ਸੀਗੇ ਕਾਗਜ਼ਾਂ ਤੱਕ ਹੀ ਸੀਮਤ ਸੀਗੇ ਜਾਂ ਵਾਕਿਆ ਹਕੀਕਤ ਵਿੱਚ ਕਿੱਦਾਂ ਮਿਲਣੇ ਸੀਗੇ। ਇੱਕ ਅਸੀਂ ਦੇਸ਼ ਦੇ ਬਰਾਬਰ ਨਾਗਰਿਕ, ਤੁਸੀਂ ਇੱਕ ਪੁਲਿਸ ਸਟੇਸ਼ਨ ਕੰਪਲੇਂਟ ਲਿਖਾਉਣ ਜਾਓ, ਇੱਕ SHO ਦੇ ਸਾਹਮਣੇ ਜੇ ਤੁਹਾਨੂੰ ਬੈਠ ਕੇ ਇਹ ਫੀਲਿੰਗ ਆਵੇ ਕਿ ਜਿਵੇਂ ਮੰਗਤਾ ਹੈ ਜੀ, ਜੇ ਮੈਂ ਸੈਕੰਡ ਕਲਾਸ ਸਿਟੀਜ਼ਨ ਹੈ ਤਾਂ ਤੁਸੀਂ ਬਰਾਬਰ ਦੇ ਨਾਗਰਿਕ ਨਹੀਂ ਹੋ, ਤੁਸੀਂ ਗੁਲਾਮ ਦੇਸ਼ ਦਾ ਹਿੱਸਾ ਹੋ ਜੀ। ਗੱਲਾਂ ਚੁੱਭਵੀਆਂ ਨੇ ਪਰ ਗੱਲਾਂ ਬਹੁਤ ਹੀ ਅਸਰਦਾਰ ਨੇ। ਇਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਤਦ ਤੱਕ ਸਮਾਨਤਾ ਨਹੀਂ ਹੋ ਸਕਦੀ ਜਦ ਤੱਕ ਤੁਹਾਨੂੰ ਬਰਾਬਰੀ ਦੇ ਹੱਕ ਨਹੀਂ ਦਿੱਤੇ ਜਾਂਦੇ। ਤੇ ਉਹਨਾਂ ਬਰਾਬਰੀ ਦੇ ਹੱਕਾਂ ਦੇ ਲਈ ਸਭ ਤੋਂ ਪਹਿਲਾ ਬੇਸ ਜਿਹੜਾ ਹੁੰਦਾ ਉਹ ਐਜੂਕੇਸ਼ਨ ਹੁੰਦਾ, ਜਿਸ ਦੇ ਥਰੂ ਤੁਹਾਨੂੰ ਨੌਲੇਜ ਮਿਲਦੀ ਹੈ। ਸੋ ਇਹ ਨੌਲੇਜ ਤੁਹਾਨੂੰ ਇਹਨਾਂ ਦੀ ਜਿਹੜੀ ਕਿਤਾਬ ਹੈ ਇਹਨਾਂ ਵੱਲੋਂ ਲਿਖੀ ਗਈ ਇੰਪਾਵਰਮੈਂਟ ਥਰੂ ਨੌਲੇਜ।
ਸੋ ਕਿਤਾਬ ਹੈ ਜਿਹੜੀ ਕਿ ਇਹਨਾਂ ਵੱਲੋਂ ਲਿਖੀ ਗਈ ਇੰਪਾਵਰਮੈਂਟ ਥਰੂ ਨੌਲੇਜ ਉਸ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਦੱਸ ਦਈਏ ਛੋਟੇ ਛੋਟੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾ ਰਹੀ ਹੈ। ਇਹ ਬੱਚੇ ਉਹ ਨੇ ਜਿਹੜੇ ਕਿ ਚੌਂਕਾਂ ਤੇ ਜਾ ਕੇ ਗੁਬਾਰੇ ਵੇਚਦੇ ਨੇ, ਖਿਡੌਣੇ ਵੇਚਦੇ ਨੇ, ਅਤੇ ਇਹ ਬੱਚੇ ਉਹ ਨੇ ਜਿਹੜੇ ਕਿ ਸੋਸ਼ਲ ਜਿਹੜੇ ਕਿ ਸਮਾਜ ਦੇ ਵਿੱਚ ਕਈ ਚੀਜ਼ਾਂ ਦਾ ਸ਼ਿਕਾਰ ਵੀ ਹੋ ਚੁੱਕੇ ਨੇ। ਕੁਝ ਰੇਪ ਵਿਕਟਿਮ ਵੀ ਨੇ ਜਿਹੜੇ ਕਿ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ। ਪਰ ਐਜੂਕੇਸ਼ਨ ਸਾਰਿਆਂ ਦੇ ਲਈ ਬਰਾਬਰ ਹੈ ਔਰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਐਡਵੋਕੇਟ ਹਰੀਓਮ ਜਿੰਦਲ ਵੱਲੋਂ। ਸੋਚੋ ਤੁਹਾਡੇ ਬੱਚੇ ਤੱਕ ਸਕੂਲਾਂ ਦੇ ਵਿੱਚ ਆਉਂਦੇ ਨੇ, ਬੋਲਣਾ ਸਿੱਖਦੇ ਨੇ A for ਐਪਲ, B for baby, C for cat, ਜਦ ਕਿ ਇਹ ਕਾਮਨ ਚੀਜ਼ਾਂ ਨੇ, ਇਹ ਬੱਚੇ ਨੂੰ ਪਤਾ ਲੱਗ ਸਕਦੀਆਂ ਨੇ। ਪਰ ਇੱਥੋਂ ਦੇ ਬੱਚੇ ਕੀ ਸਿੱਖ ਰਹੇ ਨੇ, ਦੈਟ ਇਜ਼ ਕਿ ਵਟ ਇਜ਼ ਅ ਡੈਮੋਕ੍ਰੇਸੀ, ਵਟ ਇਜ਼ ਅ ਟੈਕਸ, ਵਟ ਇਜ਼ ਅ ਬੈਲਟ ਬਾਕਸ, ਵਟ ਇਜ਼ ਅ ਨੌਲੇਜ, ਵਟ ਇਜ਼ ਇੰਡੀਪੈਂਡੈਂਸ, ਇੱਦਾਂ ਦੇ ਵਰਡ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਪਤਾ ਤੇ ਉਸ ਦਾ ਮੀਨਿੰਗ ਵੀ ਇਹਨਾਂ ਬੱਚਿਆਂ ਨੂੰ ਪਤਾ। ਫਿਲਹਾਲ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ? ਜੇਕਰ ਤੁਸੀਂ ਵੀ ਐਡਵੋਕੇਟ ਹਰੀਓਮ ਜਿੰਦਲ ਦੇ ਨਾਲ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਸਰਕਾਰ ਤੱਕ ਪਹੁੰਚ ਸਕੇ ਤੇ ਆਪਣੇ ਸਮਾਜ ਦੇ ਪ੍ਰਤੀ ਹੱਕਾਂ ਦੇ ਲਈ ਇੱਕ ਵਾਰੀ ਆਵਾਜ਼ ਜ਼ਰੂਰ ਚੁੱਕਣਾ। प्यार करना या छुड़वाना, वशीकरण, लव मैरिज, प्रेमी नूं मनाउणा, घर वाले मनाउणा, पति पत्नी विच झगड़ा, आपसी अणबण, सस नूं दा झगड़ा, किसी दा बेटा किसी दूसरे दे कहने च है या किसी दी बेटी किसी दूसरे दे कहने च है, प्रेमी प्रेमिका च अणबण, विदेश यात्रा, लॉटरी स्पेशलिस्ट, किसी भी समस्या दे लई फोन करो। हर समस्या दा समाधान सिर्फ 3 घंटे विच। विश्व प्रसिद्ध बाबा हरदीप जी गोल्ड मैडलिस्ट नूं फोन करो जिन्हां दा नंबर है 950112 84753। ते देर किस गल दी, हुणे बाबा हरदीप जी नूं कॉल लगाओ, समाधान पाओ जिन्हां दा नंबर है 950112 84753। जी हाँ, मियां समर जी विश्व प्रसिद्ध तांत्रिक। एक बार इन्हां नूं लुधियाना आके मिलो, समस्या तुहाडी समाधान साडा। इधर उधर ना भटको, सब तो पहला काम करन दा वादा। लव मैरिज, प्यार च धोखा, विआह च रुकावट, सौतन दुश्मन तो छुटकारा, पति पत्नी दे विच अनबन, घरेलू कलेश, नौकरी कारोबार, वशीकरण करना जां तुड़वाउणा, कीता कराया, लॉटरी, अचानक धन प्राप्ति, विदेश च पक्का होण दे विच रुकावटां, कोर्ट कचहरी तो छुटकारा आदि दे लई सारियां समस्यावां दे हल दे लई हुणे कॉल करो। नंबर नोट कर लो 73 409 36 488 73 409 36 488। जिस कोल ज्ञान होवेगा ओ हल करेगा। गुरु जी बंगाली। वशीकरण करवाओ, मन चाहा प्यार पाओ, 24 घंटे च करवाओ हर परेशानी दा हल। तुहाडी हर गल गुप्त रखी जाएगी। सोतन दुश्मन तो छुटकारा, कर्जा मुक्ति दा विशेष हल जानो। मैं तुहाडा विश्वास टुटन नहीं देवांगा। दूरी ना देखो, कम देखो। जेकर तुहाडा ज्योतिष विच विश्वास टुट गया है तां एक बार जरूर कॉल करो। कॉल नाउ +91 9878 429430। लव मैरिज, गेट योर लव बैक, फैमिली, मनी और जॉब प्रॉब्लम, वशीकरण, ब्लैक मैजिक एंड लोटोमैक्स। गिव मी वन चांस, आई विल चेंज योर लाइफ। घर बैठे हर समस्या का समाधान 100% ग्रंटेड करवाओ।